मैं प्रेम सत्कार सहित बेनती करांगा। सिंह साहब ਗਿਆਨੀ ਰਣਜੀਤ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਬਗਲਾ ਸਾਹਿਬ ਦਿੱਲੀ। ਮਹਾਂਪੁਰਖਾਂ ਨਾਲ ਇੰਨਾ ਪਿਆਰ, ਜਦੋਂ ਵੀ ਮਹਾਂਪੁਰਖ ਯਾਦ ਕਰਦੇ ਹੈ ਦਿੱਲੀ ਤੋਂ ਅਚੇਚੇ ਤੌਰ ਤੇ ਆਣ ਕੇ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਭਰਦੇ ਹੈ। ਸੰਪਰਦਾਇ ਦਲ ਬਾਬਾ ਵਿਧੀ ਚੰਦ ਸਾਹਿਬ ਜੀ ਵੱਲੋਂ ਮਹਾਂਪੁਰਖਾਂ ਵੱਲੋਂ ਗੁਰਮੁਖਾਂ ਪਿਆਰੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਨੂੰ ਜੀਓ ਆਇਆ। बहुत बहुत धन्यवाद। कुछ समय वास्ते हाजरी भरनगे, जिन्ना लोग समझण जकारा बुलावे हाल हो जावे। सत श्री अकाल। बेशुमार अथाह अगणित अतुल ज्यों बुलावो त्यों नानक दास बोले। गुरु सवारे खालसा जी। वाहिगुरु जी का खालसा, वाहिगुरु जी की फतेह। सच्चे पातशाह ने किरपा की है। पिछले कई सालों तो इस पावन आस्थान ते दर्शन करन दा श्री गुरु ग्रंथ साहिब पातशाह महाराज जी दे हजूर हाजरियां भरन दा सुभाग प्राप्त हुंदा है। पंथ दी महान शख्सियत संत बाबा अवतार सिंह जी, जो अज मुखी हैं दल पंथ बाबा विधि चंद साहिब इस संप्रदा दे, उन्हां दा हुक्म लैके भाई दिलबाग सिंह जी आए। और जिन्हां ने बहुत लंबा समा खालसा पंथ की सेवा की है। श्रीमान संत बाबा दया सिंह जी अज उन्हां दी आपां मिठी प्यारी याद विच धन श्री गुरु ग्रंथ साहब महाराज जी दे हजूर हाजरी भर रहे हाँ। मेरे तो पहला भाई जगतार सिंह जी हजूरी कीर्तनीय दरबार साहब दे, उस तो पहला सिंह साहब ज्ञानी जगतार सिंह जी, सिंह साहब ज्ञानी जसवंत सिंह जी, अबचल नगर हजूर साहब दे कीर्तनीय बहुत सारिया गुरु पंथ दियां नवाजियां शख्सियत ने इत्थे हाजरी भरी है और मेरे तो बाद फिर भरनी है। बड़े नामवार मेरी कौम के कीर्तनीय स्टेज ते बैठे ने। मैं जदों भी इत्थे आउना मैनू आवाज नहीं आउंदी, तुसी मेरे ख्याल हो कीर्तन ते ही रखिया होया है। नाले तुहाडा पंजाब दा ते दिल्ली वालियां दा फर्क है थोड़ा जिहा। मैं बहुत हौली बोलदा। मैं जदों भी इत्थे आउना तो मैनू 18वीं सदी का वह सुमेल, वह दृश्य
ਉਹ ਵੇਖਣ ਨੂੰ ਮਿਲਦਾ ਹੈ। ਇਤਿਹਾਸ ਦੇ ਵਿੱਚ ਦਰਜ ਹੈ, ਇੱਟ ਖੜੀਕਾ ਦੁੱਕੜ ਵੱਜੈ, ਨਾਲੇ ਤਪੈ ਚੁੱਲ੍ਹਾ, ਨਾਲੇ ਮੇਰਾ ਅੱਲਾ ਰਾਜੀ, ਨਾਲੇ ਰਾਜੀ ਬੁੱਲਾ। ਜਿਹੜਾ ਖਾਲਸਾ ਗੁਰੂ ਕਲਗੀਧਰ ਪਿਤਾ ਜੀ ਨੇ ਸਜਾਇਆ ਸੀ ਉਹ ਤਾਂ ਇਹੋ ਹੀ ਹੈ। ਬਾਣਾ ਵੀ ਹੈ, ਬਾਣੀ ਵੀ ਹੈ, ਦੇਗ ਵੀ ਹੈ, ਤੇਗ ਵੀ ਹੈ। ਔਰ ਇਸ ਨੂੰ ਸੰਭਾਲਣ ਦੀ ਲੋੜ ਹੈ। ਪਤਾ ਨਹੀਂ ਹਿੰਦੁਸਤਾਨ ਦੇ ਲੋਕਾਂ ਨੂੰ ਉਦਾਂ ਹੀ ਮੜੀਆਂ ਪੂਜਣ ਦੀ ਆਦਤ ਪਈ ਹੈ ਕਿ ਜਦੋਂ ਬਹੁਤ ਕੁਝ ਚਲਾ ਜਾਂਦਾ ਹੈ ਤੇ ਫਿਰ ਅਸੀਂ ਕੋਸਦੇ ਹਾਂ। ਇਤਿਹਾਸਕ ਇਮਾਰਤਾਂ ਚਲੇ ਗਈਆਂ ਸਾਡੇ ਕੋਲੋਂ, ਹੁਣ ਅਸੀਂ ਕਹਿੰਦੇ ਨਹੀਂ ਜੀ ਸੰਭਾਲਣੀਆਂ ਚਾਹੀਦੀਆਂ ਸੀ। ਅੱਜ ਆ ਜਿਹੜਾ ਖਾਲਸਾਈ ਸਰੂਪ ਹੈ, ਇਸ ਨੂੰ ਸੰਭਾਲਣ ਦੀ ਲੋੜ ਹੈ। ਮੈਂ ਜਦੋਂ ਵੀ ਜਿੰਨੇ ਦਲ ਪੰਥ ਨੇ ਕਦੇ ਵੀ ਇਹਨਾਂ ਮਹਾਂਪੁਰਖਾਂ ਦੇ ਕੋਲ ਮੁਖੀ ਜਿਹੜੇ ਗੁਰੂ ਪਿਆਰੇ ਨੇ ਉਹਨਾਂ ਕੋਲ ਬੈਠਣ ਦਾ ਅਵਸਰ ਮਿਲੇ ਤੇ ਮੈਂ ਬੇਨਤੀ ਕਰਦਾ ਹੁੰਨਾ ਵੀ ਦੁਨੀਆ ਦੇ ਵਿੱਚ ਥੋੜੇ ਲੋਕਾਂ ਨੂੰ ਅੱਜ ਇਸ ਗੱਲ ਦਾ ਪਤਾ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਇਹਨਾਂ ਨੇ ਉਹ ਖਜ਼ਾਨਾ ਸੰਭਾਲਿਆ ਹੋਇਆ ਹੈ। ਤੁਹਾਨੂੰ ਵੇਖ ਕੇ ਕੋਈ ਦੁਨੀਆ ਦਾ ਲਖਾਰੀ ਇਹ ਨਹੀਂ ਕਹਿ ਸਕਦਾ ਵੀ 18ਵੀਂ ਸਦੀ ਦੇ ਸਿੱਖ ਕਿਹੋ ਜਿਹੇ ਹੋਣਗੇ ਤੇ ਉਦੋਂ ਉਹਨਾਂ ਨੇ ਜੰਗਾਂ ਕਿਵੇਂ ਲੜੀਆਂ ਹੋਣਗੀਆਂ। ਵੇਖੋ ਇਹਦੇ ਵਿੱਚ ਕੋਈ ਅਤ ਕਥਨੀ ਨਹੀਂ ਹੈ। ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਕਿ ਜਿੰਨਾ ਚਿਰ 10 ਗੁਰੂ ਸਾਹਿਬਾਨਾਂ ਦਾ ਇਤਿਹਾਸ ਇਕੱਠਾ ਨਾ ਕਰੀਏ ਉਹਨਾਂ ਚਿਰ ਸਿੱਖੀ ਦਾ ਮਹਿਲ ਪੂਰਾ ਨਹੀਂ ਹੁੰਦਾ। ਇਹ ਸਾਰੇ ਰੰਗ ਗੁਰੂ ਨਾਨਕ ਸਾਹਿਬ ਨੇ ਆਪ ਭਰੇ ਨੇ। ਜਿਹੜੀ ਸਿੱਖੀ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਨੇ ਸਾਜੀ ਹੈ ਉਹਦੇ ਵਿੱਚ ਹੁਕਮ ਮੰਨਣ ਦੀ ਸਿਖਰ ਕੀਤੀ ਗੁਰੂ ਅੰਗਦ ਸਾਹਿਬ ਨੇ ਤੇ ਸੇਵਾ ਦੀ ਸਿਖਰ ਕੀਤੀ ਗੁਰੂ ਅਮਰਦਾਸ ਜੀ ਨੇ ਤੇ ਗੁਰੂ ਘਰ ਵਿੱਚ ਰਹਿਣ ਦੀ ਸਿਖਰ ਜਿਹੜੀ ਹੈ ਇਹ ਗੁਰੂ ਰਾਮਦਾਸ ਜੀ ਨੇ ਦੱਸੀ ਹੈ ਸਾਨੂੰ। ਹੁਕਮ ਦੇ ਵਿੱਚ ਕਿਵੇਂ ਰਹਿਣਾ ਹੈ ਇਹ ਗੁਰੂ ਅੰਗਦ ਸਾਹਿਬ ਨੇ ਦੱਸਿਆ। ਭਾਣੇ ਵਿੱਚ ਕਿਵੇਂ ਰਹਿਣਾ ਹੈ ਇਹ ਗੁਰੂ ਅਰਜਨ ਸਾਹਿਬ ਜੀ ਨੇ ਦੱਸਿਆ। ਤੇ ਮੀਰੀ ਪੀਰੀ ਦਾ ਸੁਮੇਲ ਕਿਵੇਂ ਕਰਨਾ ਹੈ ਇਹ ਗੁਰੂ ਹਰਗੋਬਿੰਦ ਸਾਹਿਬ ਨੇ ਦੱਸਿਆ। ਅੱਜ ਇਹ ਦੋਵੇਂ ਚੀਜ਼ਾਂ ਫਿਰ ਵੱਖਰੀਆਂ ਵੱਖਰੀਆਂ ਹੋ ਰਹੀਆਂ ਨੇ। ਪਹਿਲਾਂ ਵੀ ਇਦਾਂ ਹੀ ਸੀ, ਜਿਹੜੇ ਭਗਤੀ ਕਰਦੇ ਸੀ ਉਹ ਮਾਲਾ ਲੈ ਕੇ ਪਹਾੜਾਂ ਨੂੰ ਚਲੇ ਜਾਂਦੇ ਸੀ, ਜਿਹੜੇ ਤਲਵਾਰ ਚੁੱਕਦੇ ਸੀ ਉਹ ਲੋਕਾਂ ਦੇ ਸਿਰ ਵੱਢਦੇ ਤੁਰੇ ਜਾਂਦੇ ਸੀ। ਇਹ ਤਾਂ ਹੈ ਨਹੀਂ ਕਿ ਉਸ ਵੇਲੇ ਕੋਈ ਸ਼ਸਤਰ ਵਿਦਿਆ ਨਹੀਂ ਸੀ ਜਾਂ ਲੋਕਾਂ ਨੂੰ ਸ਼ਸਤਰਾਂ ਦੇ ਅਭਿਆਸ ਨਹੀਂ ਸੀ ਜਾਂ ਸ਼ਸਤਰਾਂ ਦੇ ਲੋਕ ਧਣੀ ਨਹੀਂ ਸੀ। ਇਹ ਜਿਹੜਾ ਸ਼ਬਦ ਅਸੀਂ ਇਤਿਹਾਸ ਦਾ ਸੁਣਦੇ ਹਾਂ ਕਿ ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਪਹਿਰੈ ਤਿਸ ਬਿਗਰਸ ਕਾਜ। ਅੱਜ ਵੀ ਅਗਰ ਅਮਰੀਕਾ ਦੁਨੀਆ ਤੇ ਰਾਜ ਕਰਦਾ ਤੇ ਮਤ ਸੋਚਣਾ ਸੌਫਟਵੇਅਰ ਨਾਲ ਕਰਦਾ, ਹਾਰਡਵੇਅਰ ਨਾਲ ਕਰਦਾ, ਕਿਸੇ ਕੰਪਿਊਟਰ ਟੈਕਨੋਲੋਜੀ ਨਾਲ ਕਰਦਾ ਨਾ, ਉਹ ਸਿੱਧੀ ਸਰਪੰਚੀ ਬੰਬ ਮਾਰ ਕੇ ਕਰਦਾ। ਸਾਨੂੰ ਇਸ ਸ਼ਸਤਰਾਂ ਦੇ
इस बल नूं समझण दी लोड़ है। और जदों ये नहीं असी समझ पा रहे तो मैनू खिमा करना, आ थोड़े जे दल पंथ नूं छड्ड के जिहड़ी तुहाडी बहु गिणती है उहदे विच एक आवाज़ आउंदी भी हुण कोई कृपाण दा युग थोड़ा है कोई। लो जी इन्नी क कृपाण है की करेगी। तो मैं रोज बंगला साहब तो कहना भी तू AK-47 रख, तेनू क्या किन्ने कृपाण रखण लई, इन्ने जोगा हो ते सही। तुसीं अमेरिका जाओगे, देखो असी साडी एक गलती है कि असी सिर्फ एक छोटे जे दायरे विच रहने आ। आपे लंगर पका लेने, आपे छक लेने, आपे जकारे ला लेने, ते आपे गा लेने, राज करेगा खालसा। कदे तुहाडा बच्चा कोई अमेरिका दे विच होवे ते उहनूं पुछिओ कि जे पुत्तर तू पीजा डिलीवर कीता होवे ते किसी गलत बंदे दी रात शाम नूं अंधेरे दे विच तू बैल मारी होवे ते अगों की निकलदा है? अगों बंदूक वाला गोरा निकलदा है। अज किन्ने वारी अमेरिका दे विच स्कूलां दे बच्चे मर गए, गुरुद्वारियां विच गोलियां चलियां, हॉस्पिटलां विच गोलियां चलियां, वड्डे वड्डे कारोबारी मॉलां दे विच गोलियां चलियां, अन्याय बंदे मारे गए, पर उन्होंने वैपन के उपर पाबंदी नहीं लाई, शस्त्रां के उपर पाबंदी नहीं लाई। जरूरत किस गल की है जिहड़ी संत बाबा दया सिंह जी सानू दे के गए ने। अज तुसीं वेख्या होना है जदों साडी फोटो अखबार विच छपदी है तो साडे हत्थां विच शस्त्र हुंदे ने, सुभाविक है। साडे ते तख्तां ते भी शस्त्र जिहड़े ने सुशोभित ने, सजाए जाते ने, रोज शस्त्रां की पूजा की जाती है। पर उहदे नाल जिहड़ा शास्त्र सी उहदी घाट नहीं आउणी चाहिए, उहदी कमी नहीं आउणी चाहिए। जिहड़ा भगती दा पक्ष है, जिहड़ा बाणी दा पक्ष है, जिहड़ा सिमरन दा पक्ष है, वो भी उतना ही बलवान होना चाहिए। जदों तुसीं चमकौर दी गढ़ी की गल करते हो तो उत्थे जिहड़ी शक्ति लड़ी है, उत्थे शक्ति जिहड़ी है भगती की शक्ति लड़ी उत्थे। नहीं तो 10 लाख के सामने 40 सिंह जिहड़े ने कि वह 5-5 का जथा बना के अगे आ सकते सी कि उन्होंने पता नहीं कि साडे शास्त्र इत्थे की करनगे। पर नहीं, उन्हां दे कोल एक बाणी सी कि दे शिवा बर मोह इह शुभ कर्मन ते कब हो न टरो, ना डरो अरसों जब जाए लरो, निश्चय कर अपनी जीत करो। ये गुरु कलगीधर पातशाह दे हिस्से विच नहीं आया कि वो जंग हार सकते ने। उन्होंने जंग हारन की थां ते वो जंग जीती है और उथों ताड़ी मार के निकले ने, आवाज दे के निकले ने, पीरे हिंद मेर अवध। हिंद दा पीर चलिया, फड़िया जांदा ते फड़ लो पाए। समय की एक अपनी सीमा है। मैं श्रोमणी गुरुद्वारा प्रबंधक कमेटी नूं भी कहांगा, दिल्ली कमेटी नूं भी कहांगा, तखत श्री हजूर साहब, तखत श्री पटना साहब, बड़ियां बड़ियां वड्डियां साडियां सिख संस्थावां ने, सानू ये जिहड़े दल पंथ ने इन्हां दा पूरा सन्मान करना चाहिए और सानू इन्हां नूं संभालना चाहिए। जिवें साडे कोलों पुरातन इमारतां चलियां गईयां, असी पुराना साहित्य नहीं संभाल सके, पुराने शस्त्र साडे कोल अज सारे मौजूद नहीं। पता नहीं किन्ने कि इंग्लैंड विच होणगे, किन्ने दूजे मुल्कां विच होणगे। मैं एक गल कह के समाप्ति करा। 1999 की विसाखी खालसे का 300 साला साजना दिवस मनाया जा रहा है। भाई हरभजन सिंह जोगी अमेरिका वाले जिउंदे सन, आनंदपुर साहब आए ने, ये उन्हां दा आखिरी गेड़ा ही होया।
ਉੱਥੇ ਹੀ ਉਹਨਾਂ ਦੀ ਸਿਹਤ ਖਰਾਬ ਹੋਈ, ਮੁੜ ਕੇ ਨਹੀਂ ਆਏ। ਉੱਥੇ ਕੋਈ ਸ਼ਸਤਰ ਵੇਚਣ ਵਾਲਾ ਕੋਈ ਸ਼੍ਰੀ ਸਾਹਿਬ ਲੈ ਕੇ ਆ ਗਿਆ। ਉਹਨਾਂ ਕਿਹਾ ਵੀ ਇਹਦੀ ਕੀਮਤ ਕੀ ਹੈ। ਆਪਣੇ ਵੱਲੋਂ ਨੇ ਬੜੀ ਕੀਮਤ ਕਈ ਹਜ਼ਾਰ ਦੱਸੀ, ਔਰ ਮੈਨੂੰ ਯਾਦ ਹੈ ਕਿ ਉਹਨਾਂ ਨੇ ਲੱਖ ਕੇ ਸਵਾ ਲੱਖ ਰੁਪਈਆ ਤੇ ਪਹਿਲਾਂ ਦਰਸ਼ਨ ਭੇਟ ਦਿੱਤੀ। ਕਹਿੰਦੇ ਇਹ ਦਰਸ਼ਨ ਭੇਟ ਹੈ ਤੇ ਆ ਹੁਣ ਤੇਰੀ ਭੇਟ ਹੈ। ਹੁਣ ਅਸੀਂ ਸਾਰੇ ਪੁੱਛਣ ਲੱਗੇ ਵੀ ਜੋਗੀ ਸਾਹਿਬ ਇਹ ਕੀ ਕੀਤਾ ਹੈ? ਕਹਿੰਦੇ ਕੁਝ ਨਹੀਂ ਕੀਤਾ। ਕਹਿੰਦੇ ਹੁਣ ਇਹਨੂੰ ਮੈਂ ਇੱਕ ਗੱਲ ਦੱਸਦੀ ਵੀ ਜਿੱਥੋਂ ਤੈਨੂੰ ਕੋਈ ਇਤਿਹਾਸਕ ਸ਼ਾਸਤਰ ਮਿਲੇਗਾ ਤੂੰ ਸਿੱਧਾ ਮੇਰੇ ਕੋਲ ਹੀ ਆਉਣਾ ਹੈ, ਮੇਰੇ ਵਰਗਾ ਜੌਹਰੀ ਕਿਤੇ ਨਹੀਂ ਹੈਗਾ। ਕਹਿੰਦੇ ਜਿਹੜਾ ਮੈਂ ਸਵਾ ਲੱਖ ਮੱਥਾ ਟੇਕਿਆ ਨਾ, ਉਹ ਮੈਂ ਇਹਨੂੰ ਇੱਕ ਐਸਾ ਦਾਣਾ ਪਾ ਦਿੱਤਾ ਵੀ ਜਦੋਂ ਵੀ ਦੁਨੀਆ ਵਿੱਚ ਕਿਤਿਓਂ ਵੀ ਇਹਨੂੰ ਕੋਈ ਇਤਿਹਾਸਕ ਕੀਮਤੀ ਸ਼ਸਤਰ ਮਿਲੇਗਾ, ਇਹ ਸਭ ਤੋਂ ਪਹਿਲਾਂ ਪੁੱਛੇਗਾ ਵੀ ਜੋਗੀ ਸਾਹਿਬ ਕਿੱਥੇ ਨੇ। ਕਹਿੰਦੇ ਅਮਰੀਕਾ ਤੱਕ ਮੇਰੇ ਮਗਰ ਆਉਣ ਦੀ ਕੋਸ਼ਿਸ਼ ਕਰੇਗਾ ਇਹ। ਸਾਨੂੰ ਬਾਣੀ ਬਾਣੇ ਦੇ ਵਿੱਚ ਪਰਪੱਕ ਹੋਣਾ ਚਾਹੀਦਾ ਹੈ। ਦੇਖੋ ਸਾਡੀ ਗਿਣਤੀ ਨਹੀਂ ਵਧਣੀ। ਜਿਹੜੇ ਹਾਲਾਤ ਨੇ ਨਾ ਸਾਡੇ, ਹਮ ਦੋ ਹਮਾਰਾ ਇੱਕ, ਇਹ ਪਰਿਵਾਰਨ ਨਿਯੋਜਨ ਸਾਡੇ ਵਿੱਚ ਹੀ ਹੈ, ਬਾਕੀ ਕਿਸੇ ਕੌਮ 'ਚ ਨਹੀਂ ਹੈਗਾ। ਸਾਡੀਆਂ ਧੀਆਂ ਨੇ, ਭੈਣਾਂ ਨੇ, ਬੱਚੀਆਂ ਨੇ ਸਹੁੰ ਖਾ ਲਈ ਹੈ ਕਿ ਘਰ 'ਚ ਦੂਜਾ ਬੱਚਾ ਨਹੀਂ ਆਉਣ ਦੇਣਾ, ਜੰਮਣ ਹੀ ਨਹੀਂ ਦੇਣਾ। ਪਰ ਮੈਂ ਉਸ ਯੁੱਗ ਦਾ ਬੱਚਾ ਹਾਂ ਕਿ ਬੱਸ ਵਿੱਚ ਬੈਠੀ ਬੇਬੇ ਤੇ ਕਿਸੇ ਨੇ ਕਹਿ ਦਿੱਤਾ ਕਿ ਭਿੰਡਰਾਂ ਵਾਲਾ ਤੇ ਹੁਣ ਮਰ ਗਿਆ ਹੈ, ਤੇ ਬੇਬੇ ਕਹਿੰਦੀ ਵੀ ਹੁਣ ਅਸੀਂ ਜੰਮਣੇ ਹੀ ਭਿੰਡਰਾਂ ਵਾਲੇ ਨੇ। ਹੁਣ ਉਹ ਬੇਬੇ ਕਿੱਥੋਂ ਲਿਆਈਏ? ਹੁਣ ਇੱਕੋ ਹੀ ਗੱਲ ਹੈ ਤੁਹਾਡੇ ਕੋਲ ਕਿ ਤੁਸੀਂ ਬਾਣੀ ਬਾਣੇ ਦੇ ਵਿੱਚ ਪਰਪੱਕ ਹੋ ਕੇ ਸਿੱਖੀ ਦੀਆਂ ਕਦਰਾਂ ਕੀਮਤਾਂ ਨੂੰ ਲੈ ਕੇ ਚੱਲੋ। ਦੁਨੀਆ ਤੁਹਾਡੇ ਵੱਲ ਕਨਵਰਟ ਹੋਵੇ, ਔਰ ਹੋਏਗੀ ਹਕੀਕਤ ਲਈ। ਅੱਜ ਵੀ ਮੈਂ ਮਹਾਰਾਜ ਦੀ ਹਜ਼ੂਰੀ 'ਚ ਕਹਿ ਰਿਹਾ ਕਿ ਜਦੋਂ ਮੈਂ ਦਿੱਲੀ 에ਅਰਪੋਰਟ ਤੇ ਸਿਕਿਉਰਿਟੀ ਲੱਗਾ ਆਪਣੀ ਚੈੱਕ ਕਰਾਉਣ, ਤੇ ਇੱਕ ਜਿਹੜਾ CISF ਦਾ ਸਿਪਾਹੀ ਸੀ ਉਹ ਮੈਨੂੰ ਕਹਿੰਦਾ ਸਰਦਾਰ ਜੀ ਸਤਿ ਸ੍ਰੀ ਅਕਾਲ, ਇੱਧਰ ਆਓ ਥੋੜਾ ਜਿਹਾ। ਮੈਂ ਕਿਹਾ ਦੱਸੋ ਕਿੱਥੋਂ ਆਏ ਹੋ? ਮੈਂ ਕਿਹਾ ਬੰਗਲਾ ਸਾਹਿਬ ਤੋਂ। ਕਹਿੰਦਾ ਮੈਂ ਸਿੱਖ ਸੱਜਣਾ ਹੈ। ਕਹਿੰਦਾ ਮੈਂ ਸਿੱਖ ਸੱਜਣਾ ਹੈ। ਇਹ ਹਕੀਕਤ ਜੇ। ਦੁਨੀਆ ਤੁਹਾਡੇ ਵੱਲ ਵੇਖਦੀ ਹੈ, ਤੁਹਾਡੇ ਵੱਲ ਕਨਵਰਟ ਹੋਣਾ ਚਾਹੁੰਦੀ ਹੈ। ਆ ਜਿਹੜੀ ਪਿਛਲੇ 2-3 ਸਾਲਾਂ ਵਿੱਚ ਤੁਸੀਂ ਸੇਵਾ ਕੀਤੀ ਹੈ, ਦੁਨੀਆ ਵਿੱਚ ਤੁਹਾਡੀ ਜੈ ਜੈਕਾਰ ਹੋਈ ਹੈ। ਟਰੰਪ ਵਰਗੇ ਰਾਸ਼ਟਰਪਤੀ ਨੂੰ ਕਹਿਣਾ ਪਿਆ ਕਿ ਹਰ ਸ਼ਹਿਰ ਵਿੱਚ ਗੁਰਦੁਆਰਾ ਹੋਣਾ ਚਾਹੀਦਾ ਹੈ, ਹਰ ਸ਼ਹਿਰ ਵਿੱਚ ਸਿੱਖ ਹੋਣੇ ਚਾਹੀਦੇ ਨੇ, ਤੇ ਸਾਨੂੰ ਉਸ ਪਾਸੇ ਚੱਲ ਪੈਣਾ ਚਾਹੀਦਾ ਹੈ। ਸਾਨੂੰ ਉਹਦੀ ਤਿਆਰੀ ਕਰਨੀ ਚਾਹੀਦੀ ਹੈ, ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਆਪਣੇ ਬੱਚਿਆਂ ਨੂੰ ਸਮਝਾਓ ਕਿ ਤੁਸੀਂ ਸਿੱਖੀ ਦੇ ਐਂਬੈਸਡਰ ਹੋ, ਬ੍ਰਾਂਡ ਐਂਬੈਸਡਰ ਹੋ ਗੁਰੂ ਨਾਨਕ ਸਾਹਿਬ ਦੇ। ਤੁਸੀਂ, ਤੁਹਾਡੀ ਕਰਨੀ ਨੇ, ਤੁਹਾਡੇ ਬਾਣੀ ਨੇ, ਤੁਹਾਡੇ ਬਾਣੇ ਨੇ ਦੁਨੀਆ ਨੂੰ ਪ੍ਰੇਰਿਤ ਕਰਨਾ ਹੈ। ਕੱਲੇ ਭਾਈ ਹਰਭਜਨ ਸਿੰਘ ਜੋਗੀ ਨੇ ਕਈ ਲੱਖ ਸਿੱਖ ਬਣਾ ਦਿੱਤੇ। 140 ਮੁਲਕਾਂ ਵਿੱਚ ਸਿੱਖ ਅੱਜ ਵੱਖਰੇ ਵੱਖਰੇ ਮੁਲਕਾਂ ਦੇ ਲੋਕ ਕਨਵਰਟ ਹੋ ਕੇ ਰਹਿ ਰਹੇ ਨੇ। ਇੱਕ ਵਿਅਕਤੀ ਸੀ ਉਹ, ਤੇ ਹੈ ਕੌਣ ਸੀਗਾ? ਕਸਟਮ ਦੇ ਵਿੱਚ ਨੌਕਰੀ ਕਰਨ ਵਾਲਾ ਅੰਮ੍ਰਿਤਸਰ 에ਅਰਪੋਰਟ ਤੇ। ਐਸਾ ਗੁਰੂ ਰਾਮਦਾਸ ਦਾ ਉਹਨੇ ਲੜ ਫੜਿਆ ਕਿ ਜੇ ਅਮਰੀਕਾ ਵਿੱਚ ਵੀ ਗਿਆ ਤੇ ਗੁਰੂ ਰਾਮਦਾਸ ਸਟੇਟ ਬਣਾਈ ਉਸਨੇ। ਬਾਬਾ ਜੀ ਹੋਰੀ ਤਾਂ ਜ਼ਰੂਰ ਉੱਥੇ ਗਏ ਹੋਣਗੇ, ਔਰ ਇਹ ਵੀ ਹੋ ਸਕਦਾ ਕਿ ਜੋਗੀ ਸਾਹਿਬ ਇੱਥੇ ਆਏ ਹੋਣ, ਕਿਉਂਕਿ ਉਹਨਾਂ ਨੂੰ ਮੈਂ ਬਾਬਾ ਦਇਆ ਸਿੰਘ ਹੋਰਾਂ ਦੇ ਪਾਸ ਬੈਠਿਆਂ ਵੇਖਦਾ ਹੁੰਦਾ ਸੀ। ਉਹ ਬਹੁਤ ਸਿੱਖੀ ਦਾ ਮਾਣ ਕਰਦੇ ਸੀ। ਅੱਜ ਜ਼ਰੂਰਤ ਹੈ कि बड़े शौक से सुन रहा है जमाना, दुनिया तुहाडी दास्तां सुनना चाहती है। हम ही सो गए दास्तां कहते कहते, असी अपनी गल कहंदे कहंदे सौ रहे हैं। लोग पूछना चाहते ने, जानना चाहते ने सिख है कौन ने। कदे ये गल्लां नादर शाह ने पूछियां सी, जकरिया खां दे कोलों पूछियां सी, ये सिख है कौन ने। अज भी दुनिया पूछती है सिख है कौन ने।
ਸੋ ਅੱਜ ਉਸ ਸਵੈਮਾਨ ਦੇ ਵਿੱਚ ਸਾਨੂੰ ਜਿਉਣ ਦੀ ਲੋੜ ਹੈ। ਇੰਨੇ ਕੁ ਸ਼ਬਦ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਮੈਂ ਸਤਿਕਾਰਯੋਗ ਸੰਤ ਬਾਬਾ ਅਵਤਾਰ ਸਿੰਘ ਜੀ ਹੋਰਾਂ ਦਾ ਧੰਨਵਾਦੀ ਹਾਂ। ਬਹੁਤ ਪਿਆਰ ਦਿੰਦੇ ਨੇ, ਆਪਣੇ ਛੋਟੇ ਭਰਾਵਾਂ ਵਾਂਗ ਕਹਿ ਲਈਏ, ਬੱਚਿਆਂ ਵਾਂਗ ਕਹਿ ਲਈਏ, ਕਿਉਂਕਿ ਜਿੱਥੇ ਬੈਠੇ ਨੇ ਇਹ ਬਹੁਤ ਵੱਡਾ ਸਥਾਨ ਹੈ। ਮੈਂ ਜਦੋਂ ਪਹਿਲੀ ਵਾਰੀ ਇੱਥੇ ਆਇਆ ਤੇ ਮੈਂ ਦੱਸਿਆ ਸੀ ਕਿ ਕੀਰਤਪੁਰ ਸਾਹਿਬ ਮੈਂ ਬਾਬਾ ਜੀ ਨੂੰ, ਬਾਬਾ ਦਇਆ ਸਿੰਘ ਜੀ ਨੂੰ ਹਾਥੀ ਤੇ ਬੈਠੇ ਵੇਖਿਆ ਤੇ ਮੈਂ ਏਦਾਂ ਹੀ ਵੇਖਦਾ ਰਿਹਾ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੇਲੇ ਇਦਾਂ ਦੇ ਵੱਡੇ ਵੱਡੇ ਸਿੱਖ ਹੋਣਗੇ, ਕਿਉਂਕਿ ਉਹ ਮੇਰਾ ਪਹਿਲਾ ਸਮਾਂ ਸੀ ਇੱਕ ਵਾਰੀ ਕਿ ਜਦੋਂ ਮੈਂ ਉਹਨਾਂ ਦੇ ਦਰਸ਼ਨ ਕੀਤੇ। ਸੋ ਆਪ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਔਰ ਇਹ ਅਸਥਾਨ ਇਸੇ ਤਰ੍ਹਾਂ ਸਿੱਖੀ ਦੀ ਸੰਭਾਲ ਕਰਦੇ ਰਹਿਣ। ਇਸੇ ਤਰ੍ਹਾਂ ਇਹ ਜਿਹੜੇ ਸਿੱਖੀ ਦੇ 3 ਰੰਗ ਨੇ ਉਹ ਇੱਥੇ ਹਰ ਵਕਤ ਹਰ ਸਿੱਖ ਨੂੰ ਇੱਥੇ ਆਏ ਨੂੰ ਪ੍ਰਾਪਤ ਹੋਣ। ਇੱਥੇ ਦੇਗ ਵੀ ਚੱਲਦੀ ਹੈ, ਤੇਗ ਵੀ ਚੱਲਦੀ ਹੈ, ਇੱਥੇ ਬਾਣੀ ਵੀ ਹੈ, ਇੱਥੇ ਬਾਣਾ ਵੀ ਹੈ ਔਰ ਇੱਥੇ ਹਰ ਵਕਤ ਸੱਚੇ ਪਾਤਸ਼ਾਹ ਦੀ ਬਾਣੀ ਦਾ ਪ੍ਰਵਾਹ ਚੱਲਦਾ ਹੈ ਔਰ ਹਰ ਵਕਤ ਸਿੰਘ ਜਿਹੜੇ ਨੇ ਤਿਆਰ ਬਰ ਤਿਆਰ ਸ਼ਸਤਰਾਂ ਦੇ ਅਭਿਆਸ ਕਰਦੇ ਨੇ। ਇਹ ਸਦਾ ਗੁਰੂ ਦੀਆਂ ਬਖਸ਼ਿਸ਼ਾਂ ਰਹਿਣ। ਇੰਨੇ ਕੁ ਸ਼ਬਦ ਪ੍ਰਵਾਨ ਕਰਨਾ ਜੀ। ਭੁੱਲਾਂ ਬਖਸ਼ੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਕਰਮ ਲਾਵੇ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ।